ਇੱਥੇ ਨਾ ਤਾਂ MSP ਰਹਿਣੀ ਹੈ ਤੇ ਨਾ ਮੰਡੀਆਂ ਰਹਿਣੀਆਂ, ਨਾ ਕੋਈ ਵਪਾਰੀ ਰਹਿਣਾ। ਸਿਰਫ ਵਪਾਰੀ ਹੋਣਗੇ ਅਡਾਨੀ ਅਬਾਨੀ ਕਾਰਪੋਰੇਟਸ ਜਾਂ ਮਲਟੀਨੈਸ਼ਨਲ ਕੰਪਨੀਆਂ। ਅਸੀਂ ਇਹਦੇ ਵਿਰੋਧ 'ਚ ਆਪਣਾ ਨਾਰਾ ਮਾਰਦੇ ਹਾਂ, ਜੈ ਜਵਾਨ ਜੈ ਕਿਸਾਨ। ਮੇਰੀ ਗੱਲ ਸੁਣੋ, ਸਿਰਫ ਇੱਕ ਦਲੇਰ ਮਹਿੰਦੀ ਤੇ ਇੱਕ ਹੋਰ ਸਾਥੀ ਸਾਡੇ ਉਹ ਸੰਨੀ ਦਿਓਲ MP, ਉਹਨਾਂ ਨੇ ਇਹਨਾਂ ਦੇ ਹੱਕ 'ਚ ਨਿਤਰਿਆ ਤਿੰਨਾਂ ਬਿੱਲਾਂ ਦੇ। ਮੈਨੂੰ ਇਹ ਦੱਸ ਲਓ, ਕਿਹੜਾ ਹਿੰਦੁਸਤਾਨ ਦੀ ਪੋਲੀਟੀਕਲ ਪਾਰਟੀ ਹੈ BJP ਨੂੰ ਛੱਡ ਕੇ, ਕੀ ਉਹ ਅਨਪੜ੍ਹ ਆ ਸਾਰੇ? ਕੀ ਇਹ ਜਿਹੜੇ ਸਾਰੇ ਅਨਪੜ੍ਹ ਬੈਠੇ ਆ? ਕੀ ਪਿੰਡਾਂ ਦੇ ਲੋਕ ਅਨਪੜ੍ਹ ਆ? ਅੱਜ ਥਾਂ ਥਾਂ ਤੇ ਸਕੂਲ ਆ, ਥਾਂ ਥਾਂ ਤੇ ਕਾਲਜ ਆ, ਥਾਂ ਥਾਂ ਤੇ ਇਹਨਾਂ ਨੂੰ ਨੌਲੇਜ ਸਾਡੇ ਨਾਲੋਂ ਜ਼ਿਆਦਾ ਆ। ਮੋਦੀ ਸਾਹਿਬ ਵੀ ਇਹੀ ਕਹਿੰਦੇ ਆ ਕਿ ਆਤਮ ਨਿਰਭਰ ਕਾਹਦਾ ਨਿਰਭਰ? ਅਸੀਂ ਤਾਂ ਹੋ ਗਏ ਆ ਜਿਹੜੇ ਅੱਜ ਕਿਸਾਨ ਤੁਹਾਡੇ ਸਾਹਮਣੇ ਸੜਕਾਂ ਤੇ ਆਏ ਹੋਏ ਆ, ਇਹ ਵੀ ਮੋਦੀ ਦੇ ਨਿਰਭਰ ਹੋ ਗਏ। ਜਿਹੜੀ MSP ਕਹਿੰਦੇ ਆ, ਅੱਜ ਬਿਹਾਰ ਦੇ ਵਿੱਚ MSP ਜਿਹੜੀ ਆ ਮੱਕੀ ਦੀ 1800 ਕਿੰਨੇ ਰੁਪਈਏ ਆ? 1850 ਜਾਂ 1900 ਰੁਪਈਆ ਵਿਕਦੀ ਆ 800 ਤੇ। ਕਾਹਦੀ MSP ਹੋ ਗਈ? ਕਿ ਕਿਸਾਨ ਜਿਹੜੇ ਆ ਸੁਤੰਤਰ ਹੋ ਜਾਣਗੇ। ਕੀ ਅੱਜ ਇਹਨਾਂ ਨੂੰ ਬੰਨਿਆ ਹੋਇਆ ਆ? ਇਹਨਾਂ ਦੇ ਹੱਥ ਬੱਝੇ ਆ? ਆਪਣੀ ਕਣਕ ਵਿੱਚ ਜਿੱਥੇ ਮਰਜ਼ੀ ਵੇਚ ਲੈਣ, ਝੋਨਾ ਜਿੱਥੇ ਮਰਜ਼ੀ ਵੇਚ ਲੈਣ, ਮੱਕੀ ਜਾਂ ਆਪਣੀ ਸਬਜ਼ੀ ਜਿੱਥੇ ਜਾ ਕੇ ਮਰਜ਼ੀ ਵੇਚ ਲੈਣ। ਇਹ ਸਭ ਕਾਲੇ ਕਾਨੂੰਨ ਹੈ। ਸਾਰੇ ਅਦਾਰੇ ਪ੍ਰਾਈਵੇਟਾਈਜ਼ ਕੀਤੇ ਜਾ ਰਹੇ ਆ, ਔਰ ਵੇਚੇ ਕਿਹਨੂੰ ਜਾ ਰਹੇ ਆ? ਇਹਨਾਂ ਕਾਰਪੋਰੇਟਸ ਨੂੰ, ਅਡਾਨੀ ਤੇ ਅਬਾਨੀਆਂ ਨੂੰ। ਇਹ ਅਡਾਨੀਆਂ ਤੇ ਅਬਾਨੀਆਂ ਦਾ ਦੇਸ਼ ਹੋਊਗਾ, ਨਾ ਕਿ ਤੁਹਾਡਾ ਦੇਸ਼ ਹੋਊਗਾ, ਨਾ ਕਿ ਮੇਰਾ ਭਾਰਤ ਦੇਸ਼ ਮਹਾਨ ਹੋਊਗਾ। ਇਹ ਅਡਾਨੀ ਮਹਾਨ ਹੋਊਗਾ। ਮਾਫ ਕਰਨਾ, ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ। ਲੋਕੀ ਕਹਿੰਦੇ ਸੀ ਇਹ ਅਨਪੜ੍ਹ ਆ, ਇਹ ਆ ਮੋਦੀ, ਇਹ ਉਹ ਆ ਮੋਦੀ। ਮੋਦੀ ਨੂੰ ਮੈਨੂੰ ਲੱਗਦਾ ਆ ਕਿ ਪਤਾ ਹੀ ਕੁਛ ਨਹੀਂ ਜਵਾਨੀ ਤੇ ਕਿਸਾਨੀ ਦਾ। ਇਹਨਾਂ ਨੇ ਰੀੜ੍ਹ ਦੀ ਹੱਡੀ ਤੋੜਤੀ ਕਿਸਾਨੀ ਦੀ, ਜਾਂ ਮਜ਼ਦੂਰਾਂ ਦੀ, ਜਾਂ ਵਪਾਰੀਆਂ ਦੀ। ਉਹ ਬੈਂਕਾਂ ਜਿਹੜੀਆਂ ਕਿ ਸਟੇਟ ਬੈਂਕ ਆਫ ਪਟਿਆਲਾ ਸੀ, ਕਿੱਥੇ ਗਿਆ? ਸਟੇਟ ਬੈਂਕ ਆਫ ਬੀਕਾਨੇਰ ਜੈਪੁਰ ਕਿੱਧਰ ਚਲਾ ਗਿਆ? ਸਟੇਟ ਬੈਂਕ ਆਫ ਤਰਾਵਣਕੋਰ ਕਿੱਧਰ ਚਲਾ ਗਿਆ? ਸਟੇਟ ਬੈਂਕ ਆਫ ਮਾਇਸੂਰ ਕਿੱਥੇ ਚਲਾ ਗਿਆ? ਸਾਰਿਆਂ ਦਾ ਮਰਡਰ ਕਰ ਦਿੱਤਾ ਗਿਆ। ਇਹ ਕਹਿੰਦੇ ਆ ਮਰਜਰ। ਰੇਲਵੇ ਗਈ ਵੀਰ ਜੀ, ਰੇਲਵੇ ਦੀ ਪ੍ਰਾਈਵੇਟਾਈਜੇਸ਼ਨ ਹੋ ਗਈ। BSNL ਗਿਆ, ਕੋਲ ਇੰਡੀਆ ਗਿਆ, BPCL ਗਿਆ, ਕਿਹੜਾ 에ਅਰ ਇੰਡੀਆ ਗਿਆ, ਜਿਹਦੇ ਨਾਲ ਵੀ ਇੰਡੀਆ ਲੱਗਦਾ ਸੀ। ਉਹ ਸਾਰਿਆਂ ਦੇ ਨਾਲੋਂ ਇੰਡੀਆ ਲਾ ਕੇ ਪ੍ਰਾਈਵੇਟ ਅਦਾਰਿਆਂ ਨੂੰ, ਅਡਾਨੀਆਂ ਬਾਨੀਆਂ ਨੂੰ ਵੇਚਿਆ ਜਾ ਰਿਹਾ ਆ। ਕਿੱਥੇ ਗਏ ਅਦਾਰੇ? ਕਿੱਥੇ ਗਏ ਵਿਚਾਰੇ? 25 ਤਰੀਕ ਨੂੰ ਚੱਕਾ ਜਾਮ ਦਾ ਜਿਹੜਾ ਕਿਸਾਨਾਂ ਵੱਲੋਂ ਐਲਾਨ ਕੀਤਾ ਗਿਆ ਸੀ, ਤੇ ਅੱਜ ਉਹ ਚੱਕਾ ਜਾਮ ਹੋ ਗਿਆ। ਲਾਡੋਵਾਲ ਟੋਲ ਪਲਾਜ਼ਾ ਤੇ ਅਸੀਂ ਖੜੇ ਆ, ਤੇ ਕਿਸਾਨਾਂ ਵੱਲੋਂ ਜਿਹੜਾ ਟਰੈਕਟਰ ਲਗਾ ਕੇ ਜਿਹੜਾ ਖੇਤੀ ਆਰਡੀਨੈਂਸ ਬਿੱਲ, ਜਿਹਨੂੰ ਕਿਸਾਨਾਂ ਵੱਲੋਂ ਕਾਲਾ ਕਾਨੂੰਨ ਕਿਹਾ ਗਿਆ, ਉਹਦਾ ਵਿਰੋਧ ਕੀਤਾ ਜਾ ਰਿਹਾ। ਕਿਹਾ ਜਾ ਰਿਹਾ ਵੀ ਇਹ ਜਿਹੜਾ ਹੈ ਕਿਸਾਨਾਂ ਦੀ, ਕਈਆਂ ਦੀ ਖੇਤੀ ਵਾਲੀ ਜ਼ਮੀਨ ਲੈ ਸਕਦਾ ਹੈ, ਖੇਤੀ ਜਿਹੜਾ ਹੈ ਤੁਹਾਨੂੰ ਦੱਸ ਦਈਏ ਵੀ ਜਾਨ ਲੈ ਸਕਦਾ ਹੈ। ਜਿਹੜੇ ਖੇਤੀਬਾੜੀ ਕਰਦੇ ਕਿਸਾਨ, ਉਹਨਾਂ ਦੀ ਜਾਨ ਲੈ ਸਕਦਾ ਹੈ। ਤੇ ਇਸ ਟਾਈਮ ਸਾਡੇ ਨਾਲ ਹਰਵਿੰਦਰ ਸਿੰਘ ਮੌਜੂਦ ਹੈ। ਪਹਿਲਾਂ ਤੁਹਾਨੂੰ ਦੱਸ ਦਈਏ ਵੀ ਹਰਵਿੰਦਰ ਸਿੰਘ ਇੱਕ ਕਿਸਾਨ ਨਹੀਂ ਹੈ। ਹਰਵਿੰਦਰ ਸਿੰਘ ਇੱਕ ਜਿਹੜੀ ਸਰਕਾਰੀ ਮਹਿਕਮੇ ਤੋਂ ਬਿਲੋਂਗ ਕਰਦੇ ਨੇ। ਹਰਵਿੰਦਰ ਸਿੰਘ ਨਾਲ ਗੱਲਬਾਤ ਕਰਾਂਗੇ। ਕਿਸ ਪਿਛੋਕੜ ਹਰਵਿੰਦਰ ਸਿੰਘ ਦਾ ਕਿਸਾਨੀ ਆ, ਪਰ ਇਸ ਟਾਈਮ ਉਹ ਇੱਕ ਸਰਕਾਰੀ ਅਦਾਰੇ ਤੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਆ। ਇੱਕ ਵੱਡੀ ਗੱਲ ਆ, ਸਰਕਾਰੀ ਅਦਾਰੇ ਦਾ ਬੰਦਾ ਅੱਜ ਜਿਹੜਾ ਇੱਥੇ ਆ ਕੇ ਖੜਿਆ, ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਵੀ ਕੀ ਇਹ ਬਾਕੀ ਕਿੱਤਿਆਂ ਨੂੰ ਵੀ ਜਿਹੜਾ ਹੈ ਪਰੇਸ਼ਾਨ ਕਰ ਸਕਦਾ ਹੈ ਜਿਹੜਾ ਇਹ ਬਿੱਲ ਹੈ। ਹਰਵਿੰਦਰ ਸਿੰਘ ਜੀ, ਪਹਿਲਾਂ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਸਵਾਲ ਹੈ ਵੀ ਇਹ ਜਿਹੜਾ ਬਿੱਲ ਹੈ, ਖੇਤੀ ਕਰਨ ਵਾਲੇ ਤਾਂ, ਖੇਤੀਬਾੜੀ ਕਰਨ ਵਾਲੇ ਕਿਸਾਨ ਤਾਂ ਕਹਿ ਰਹੇ ਆ ਵੀ ਉਹਨਾਂ ਦੇ ਖਿਲਾਫ ਹੈ, ਕਿ ਬਾਕੀ ਕਿੱਤਿਆਂ ਨੂੰ ਵੀ ਪਰੇਸ਼ਾਨ ਕਰ ਸਕਦਾ ਹੈ। ਵੀਰ ਜੀ, ਅੱਜ ਸਾਡੇ ਕਿਸਾਨ ਸੜਕਾਂ ਤੇ ਹੈ, ਆਲ ਇੰਡੀਆ ਲੈਵਲ ਤੇ। ਇਹ ਬਿੱਲ ਤਿੰਨੇ ਹੀ ਜਿਹੜੇ BJP ਸਰਕਾਰ ਨੇ ਆਪਣੇ ਏਜੰਡੇ ਦੇ ਮੁਤਾਬਕ, ਖਾਸ ਕਰਕੇ RSS ਦੇ ਏਜੰਡੇ ਦੇ ਮੁਤਾਬਕ, ਜਿਹੜੀਆਂ BJP ਦੀਆਂ ਪਾਲਿਸੀਜ਼ ਹੈਗੀਆਂ, ਉਹਨਾਂ ਦੇ ਤਹਿਤ ਅੱਜ ਇਹਨਾਂ ਨੇ ਕਿਸਾਨਾਂ ਨੂੰ ਹੱਥ ਪਾਇਆ ਆ। ਜਦੋਂ ਕਿਸਾਨਾਂ ਨੂੰ ਹੱਥ ਪਾਇਆ ਤਾਂ ਮੇਰਾ ਖਿਆਲ ਹੈ ਕਿ ਸਾਰੇ ਇੰਡੀਆ ਦੇ ਵਿੱਚ ਇਹ ਕੋਈ ਚੱਕਾ ਜਾਮ ਪੰਜਾਬ ਦਾ ਨਹੀਂ ਹੈ। ਜਿਸ ਤਰ੍ਹਾਂ ਤੁਸੀਂ ਦੱਸਿਆ, ਇਹ ਇੱਕ ਲਹਿਰ ਬਣ ਉੱਠੀ ਹੈ ਮੋਦੀ ਗਵਰਨਮੈਂਟ ਦੇ ਅਗੇਂਸਟ। ਜਿੰਨਾ ਮਰਜ਼ੀ, ਜਿਸ ਤਰੀਕੇ ਨਾਲ ਮਰਜ਼ੀ ਇਹ ਇਸ ਬਿੱਲ ਦੀ, ਖਾਸ ਕਰਕੇ ਪ੍ਰਾਈਮ ਮਿਨਿਸਟਰ ਮਿਸਟਰ ਮੋਦੀ ਨੇ ਵੀ ਐਜ਼ ਏ ਪ੍ਰਾਈਮ ਮਿਨਿਸਟਰ, ਔਰ ਲੋਕ ਸਭਾ ਦੀ ਟੋਟਲ ਕਾਰਵਾਈ जिस दिन बिल पास शाम ਨੂੰ ਹੋਏ
ਮੈਂ ਵੀ ਸੁਣਿਆ ਸਾਡੇ ਐਗਰੀਕਲਚਰ ਮਿਨਿਸਟਰ ਆ ਮਿਸਟਰ ਤੋਮਰ, ਮੈਂ ਉਹਨਾਂ ਦੀ ਵੀ ਇਹਦੇ ਹੱਕ ਦੇ ਵਿੱਚ, ਇਹਨਾਂ ਦੇ ਹੱਕ ਦੇ ਵਿੱਚ ਸਪੀਚ ਸੁਣੀ, ਐਡਰੈਸ ਸੁਣਿਆ, ਤਾਂ ਉਹਦੇ 'ਚ ਕਸੂਰ ਐਕਚੁਅਲੀ ਸਾਡੀ ਸਾਰੀ ਇਹ ਜਨਤਾ ਦਾ, ਚਾਹੇ ਜਿਹੜੀ ਇਹ ਜਨਤਾ ਇਕੱਠੀ ਵੀ ਹੋਈ ਆ, ਇਹਨਾਂ ਦਾ ਵੀ ਵਿੱਚ ਕਸੂਰ ਆ, ਮੇਰਾ ਵੀ ਵਿੱਚ ਕਸੂਰ ਆ। ਚਾਹੇ ਮੈਂ ਸਰਕਾਰੀ ਕਰਮਚਾਰੀ ਆ, ਚਾਹੇ ਮੈਂ ਯੂਨੀਅਨ ਦਾ ਲੀਡਰ ਆ, ਇਹ ਕਿਸਾਨ ਵਿਚਾਰੇ ਆ ਜਵਾਨੀ ਅੱਜ ਰੁਲ ਰਹੀ ਆ, ਔਰ ਜਿਹੜੀ ਮਾੜੀ ਮੋਟੀ ਇਹ ਜਵਾਨੀ ਪਿੰਡਾਂ ਦੇ ਵਿੱਚ ਰਹਿ ਗਈ, ਇਹ ਫੇਰ ਉਹੀ ਨਿਊਜ਼ੀਲੈਂਡ, ਆਸਟ੍ਰੇਲੀਆ, ਕੈਨੇਡਾ, ਅਮਰੀਕਾ ਜਾਂ ਇੰਗਲੈਂਡ ਨੂੰ ਭੱਜ ਰਹੇ ਆ ਵਿਚਾਰੇ। ਆਪਣੀਆਂ ਜਿਹੜੀਆਂ ਮਾੜੀਆਂ ਮੋਟੀਆਂ ਕਿੱਲਾ 2 ਕਿੱਲਾ ਜ਼ਮੀਨਾਂ ਸੀ, ਇਹ ਵੇਚ ਕੇ ਉਧਰ ਨੂੰ ਤੁਰ ਰਹੇ ਆ। ਕਿਉਂ? ਇਹੀ 2014 ਤੋਂ ਜਦੋਂ ਤੋਂ ਇਹ ਮੋਦੀ ਸਰਕਾਰ ਆਈ ਆ, ਸਾਨੂੰ ਤਾਂ ਵੀਰ ਜੀ ਮਾੜੇ ਮੋਟੇ, ਅਸੀਂ ਪੜ੍ਹੇ ਲਿਖੇ ਸੀ ਜਾਂ ਪੜ੍ਹੇ ਲਿਖੇ ਹੈਗੇ ਆ, ਲੱਗਦੇ ਵੀ ਹੋਵਾਂਗੇ, ਸਾਨੂੰ ਇਹ ਲੱਗਦਾ ਸੀ ਕਿਉਂਕਿ 1947 ਤੋਂ ਲੈ ਕੇ 1960-65 ਤੱਕ ਵੀ ਇਹ ਜਿਹੜੀ ਜਮਾਤ ਆ, ਖਾਸ ਕਰਕੇ RSS ਜਾਂ BJP, ਇਹਨਾਂ ਦਾ ਕੋਈ ਬਹੁਤ ਵੱਡਾ ਯੋਗਦਾਨ ਨਹੀਂ ਰਿਹਾ, ਕਿਉਂਕਿ ਅਸੀਂ ਵੀ ਹਿਸਟਰੀ ਪੜ੍ਹੀ ਆ, ਮੇਰੀ ਵੀ 65-70 ਸਾਲ ਦੀ ਉਮਰ ਆ, ਰਾਈਟ। ਯੋਗਦਾਨ ਨਾ ਰਹਿਣ ਦੀ ਖਾਤਰ ਇਹਨਾਂ ਨੇ ਜਿਹੜੇ ਪਬਲਿਕ ਸੈਕਟਰ ਅਦਾਰੇ ਸੀ, ਜਿਹੜਾ ਮਿਸਟਰ ਨਹਿਰੂ ਤੋਂ ਲੈ ਕੇ ਰਾਈਟ ਮਿਸਟਰ ਮਨਮੋਹਨ ਸਿੰਘ ਤੱਕ, ਖਾਸ ਕਰਕੇ ਮਿਸਿਸ ਇੰਦਰਾ ਗਾਂਧੀ ਤੱਕ, ਮੈਂ ਤਾਂ ਇਹ ਕਹੂੰਗਾ, ਉਸ ਤੋਂ ਬਾਅਦ 10 ਸਾਲ ਸਰਦਾਰ ਮਨਮੋਹਨ ਸਿੰਘ ਵੀ ਰਹੇ, ਰਾਈਟ। ਇਹਨਾਂ ਸਰਕਾਰਾਂ ਨੇ 70 ਸਾਲ ਇਸ ਦੇਸ਼ ਦਾ ਤਾਣਾ ਬਾਣਾ ਬੁਣਿਆ, ਔਰ ਸਾਨੂੰ, ਸਾਡੇ ਜਵਾਨਾਂ ਨੂੰ, ਸਾਡੀ ਜਨਤਾ ਨੂੰ ਜਿਹੜੀ ਉੱਜੜ ਕੇ ਆਈ ਸੀ ਪਾਕਿਸਤਾਨ ਤੋਂ 1947 ਤੋਂ ਬਾਅਦ, ਪਬਲਿਕ ਸੈਕਟਰ ਅਦਾਰੇ ਨੂੰ ਖੜਾ ਕਰਕੇ ਸਾਨੂੰ ਆਪਣੇ ਯੋਗ ਬਣਾਇਆ, ਸਾਡੇ ਆਪਣੇ ਬੱਚਿਆਂ ਨੂੰ ਪੜ੍ਹਾਉਣਾ, ਔਰ ਸਾਨੂੰ ਆਰਾਮ ਨਾਲ ਰੋਟੀ ਖਵਾਉਣ ਜੋਗਾ ਰੱਖਿਆ ਇਸ ਗਵਰਨਮੈਂਟ ਨੇ, ਖਾਸ ਕਰਕੇ ਸੈਂਟਰਲ ਗਵਰਨਮੈਂਟ ਨੇ। ਉਹਨਾਂ ਦਾ ਏਜੰਡਾ ਸੀ ਕਿ ਸਾਡਾ ਦੇਸ਼ ਆਤਮ ਨਿਰਭਰ ਹੋਵੇ, ਰਾਈਟ। ਮੋਦੀ ਸਾਹਿਬ ਵੀ ਇਹੀ ਕਹਿੰਦੇ ਆ ਕਿ ਆਤਮ ਨਿਰਭਰ ਕਾਹਦਾ ਨਿਰਭਰ? ਅਸੀਂ ਤਾਂ ਹੋ ਗਏ ਆ ਜਿਹੜੇ ਅੱਜ ਕਿਸਾਨ ਤੁਹਾਡੇ ਸਾਹਮਣੇ ਸੜਕਾਂ ਤੇ ਆਏ ਹੋਏ ਆ, ਇਹ ਵੀ ਮੋਦੀ ਦੇ ਨਿਰਭਰ ਹੋ ਗਏ, ਜਾਂ ਅਡਾਨੀ ਅੰਬਾਨੀ ਦੇ ਨਿਰਭਰ ਹੋ ਗਏ, ਕਾਰਪੋਰੇਟਸ ਦੇ ਨਿਰਭਰ ਹੋ ਗਏ, ਮਲਟੀਨੈਸ਼ਨਲ ਕੰਪਨੀਆਂ ਦੇ ਨਿਰਭਰ ਹੋ ਜਾਣਗੇ ਆਉਣ ਵਾਲੇ ਸਾਲ 2 ਸਾਲ 'ਚ। ਅੱਜ ਸਰਦਾਰ ਸਾਹਿਬ ਇਹ ਭੰਬਲ ਪੁੱਸੇ 'ਚ ਪਾ ਰਹੇ ਆ ਤਿੰਨੇ ਬਿੱਲਾਂ ਦੀ ਖਾਤਰ। ਤੁਸੀਂ ਮੈਨੂੰ ਪਹਿਲਾਂ ਬਿੱਲਾਂ ਦੀ ਖਾਤਰ ਪੁੱਛਿਆ, ਇਹ ਬਿੱਲ ਅੱਜ ਕਹਿੰਦੇ ਆ ਜੀ MSP ਵੀ ਰਹੂਗੀ, ਮੈਕਸਿਮਮ ਸਪੋਰਟ ਪ੍ਰਾਈਸ ਵੀ ਰਹੂਗੀ, ਔਰ ਮੰਡੀਆਂ ਵੀ ਰਹਿਣਗੀਆਂ। ਵੀਰ ਜੀ, ਇਹ ਸਿਰਫ ਝਾਂਸਾ ਆ ਇਹਨਾਂ ਕਿਸਾਨਾਂ ਦੇ ਕੋਲੋਂ। ਜਿਸ ਤਰ੍ਹਾਂ ਇਹ ਕਹਿੰਦੇ ਪਏ ਆ ਕਿ ਓਕੇ ਜੀ ਜ਼ਮੀਨ ਤੁਹਾਡੀ ਹੋਊਗੀ, ਆ ਕੇ ਕਾਰਪੋਰੇਟ ਅੰਬਾਨੀ, ਅਡਾਨੀ ਜਾਂ ਮਲਟੀਨੈਸ਼ਨਲ ਕੰਪਨੀਆਂ ਦੇ ਹੋਰ ਧਨਾੜ, ਮੇਰਾ ਆਪਣਾ ਖਿਆਲ ਹੈ ਕਿ ਇੱਕ FDI ਦਾ ਬੰਦਾ, ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਜਿਹਨੂੰ ਆਪਾਂ ਕਹਿੰਦੇ ਆ, ਫੋਰਨ ਦਾ ਇਨਵੈਸਟਰ ਆ ਕੇ ਸਾਰੇ ਪੰਜਾਬ ਨੂੰ ਗੁਲਾਮ ਬਣਾ ਸਕਦਾ ਆ। ਇੰਨਾ ਰੁਪਈਆ ਆ ਉਹਨਾਂ ਕੋਲੇ, ਟ੍ਰਿਲੀਅਨਸ, ਇੱਕ ਰੁਪਈਏ, ਇੱਕ ਵਪਾਰੀ ਦੇ ਕੋਲੇ ਅਮਰੀਕਾ, ਕੈਨੇਡਾ ਦੇ ਵਿੱਚ ਪਿਆ ਆ। ਇੱਥੇ ਆ ਕੇ ਇਹਨਾਂ ਵਿਚਾਰਿਆਂ ਦਾ ਹਾਲ, ਖਾਸ ਕਰਕੇ ਕਿਸਾਨਾਂ ਦਾ, ਉਹ ਹੋ ਜਾਊਗਾ ਠੀਕ ਆ ਜੀ, ਖੇਤੀ ਜ਼ਮੀਨ ਤੁਹਾਡੀ, ਆਹ ਬੀਜ ਲਓ, ਤੇ ਉਸ ਤੋਂ ਬਾਅਦ ਇਹ ਅਸੀਂ ਆਸ-ਪਾਸ ਤੁਹਾਡੇ ਕੋਲੋਂ ਚੱਕ ਲਾਂਗੇ। ਇਹਦਾ ਮਤਲਬ ਗੁਲਾਮ ਹੋ ਗਏ। ਇਹਨਾਂ ਕੋਲੋਂ ਆਉਣ ਵਾਲੇ ਟਾਈਮ ਦੇ ਵਿੱਚ ਇਹ ਖੇਤੀ ਵੀ ਨਹੀਂ ਰਹਿਣੀ, ਜ਼ਮੀਨ ਵੀ ਨਹੀਂ ਰਹਿਣੀ। ਔਰ ਨੰਬਰ 2, ਜਿਹੜੀ MSP ਕਹਿੰਦੇ ਆ, ਅੱਜ ਬਿਹਾਰ ਦੇ ਵਿੱਚ MSP ਜਿਹੜੀ ਆ ਮੱਕੀ ਦੀ 1800 ਕਿੰਨੇ ਰੁਪਈਏ ਆ, 1850 ਜਾਂ 1900 ਰੁਪਈਆ, ਵਿਕਦੀ ਆ 800 ਤੇ। ਕਾਹਦੀ MSP ਹੋ ਗਈ? ਇੱਥੇ MSP ਕਰਕੇ ਜਦੋਂ ਮੰਡੀਆਂ ਹੀ ਨਹੀਂ ਰਹਿਣਗੀਆਂ, ਵਪਾਰੀ ਨਹੀਂ ਹੋਣਗੇ, ਜਦੋਂ ਖਰੀਦਦਾਰੀ ਇੱਕ ਮੋਟਾ ਹੋਊਗਾ, ਘਰ ਇੱਕ ਸਾਲ 2 ਸਾਲ ਇਹਨਾਂ ਦੀਆਂ ਜੇਬਾਂ 'ਚ ਰੁਪਈਆ ਪਾ ਦੂਗਾ, ਹੌਲੀ ਹੌਲੀ 2022-23 ਤੋਂ ਬਾਅਦ ਇਹ ਵਿਚਾਰੇ ਨਾ ਘਰ ਦੇ, ਨਾ ਘਾਟ ਦੇ, ਨਾ ਕਿਸਾਨ ਤੇ ਨਾ ਮਜ਼ਦੂਰ। ਮੈਂ ਕਹਿੰਦਾ ਇਹ ਮਜ਼ਦੂਰ ਵੀ ਨਹੀਂ ਇਹਨਾਂ ਨੇ ਰੱਖਣੇ। ਤੁਹਾਨੂੰ ਮੈਂ ਦੱਸ ਦਿੰਦਾ, ਕਿਤੇ ਕੱਲ ਨੂੰ ਆਪਣੀ ਉੱਥੇ ਪਟਵਾਰਖਾਨੇ ਦੇ ਵਿੱਚ ਜਾ ਕੇ ਜਾਂ ਰੈਵਨਿਊ ਖਾਤੇ ਦੇ ਵਿੱਚ ਜਾ ਕੇ ਆਪਣੀ ਜ਼ਮੀਨ ਨੂੰ ਫੇਰ ਆਪਣੇ ਹੱਥ 'ਚ ਕਰ ਲੈਣ, ਇਹਨਾਂ ਦੀਆਂ ਜ਼ਮੀਨਾਂ ਵੀ ਚੱਲ ਜਾਣਗੀਆਂ। ਇਹ ਕਾਲੇ ਕਾਨੂੰਨ ਆ, ਇਹਨਾਂ ਨੂੰ ਵਾਪਸ ਲੈਣਾ ਚਾਹੀਦਾ ਆ। ਮੈਂ ਅੱਜ ਸੁਣ ਰਿਹਾ ਸੀ ਬੜੇ ਅੱਛੇ ਜੱਟ ਜ਼ਿਮੀਂਦਾਰ, ਜਿਨ੍ਹਾਂ ਨੂੰ ਆਪਾਂ ਵਿਚਾਰੇ ਭੋਲੇ ਪੰਛੀ ਕਹਿੰਦੇ ਆ, ਅੱਜ ਇਹ ਭੋਲੇ ਪੰਛੀ ਨਹੀਂ ਰਹੇ, ਇਹ ਵੀ ਪੜ੍ਹੇ ਲਿਖੇ ਆ, ਮੁਆਫ ਕਰਨਾ। ਅੱਜ ਬਹੁਤ ਸੋਹਣਾ ਉਹ ਕਹਿ ਰਹੇ ਸੀ। ਅੱਜ MSP ਦੀ ਗੱਲ ਕੀਤੀ ਜਾ ਰਹੀ ਹੈ, ਮੰਡੀਆਂ ਦੀ ਗੱਲ ਕੀਤੀ ਜਾ ਰਹੀ ਹੈ। ਮੰਡੀਆਂ ਦੇ ਵਿੱਚ ਵੀਰ ਜੀ, ਇੱਕ ਗਰੀਬ ਤੋਂ ਲੈ ਕੇ ਕਿਸਾਨ ਤੱਕ
ਆਪਣਾ ਢਿੱਡ ਪਾਲਦਾ ਆ। ਗਰੀਬ ਜਿਹੜੇ ਜਿਨ੍ਹਾਂ ਨੂੰ ਰੋਟੀ ਨਹੀਂ ਮਿਲਦੀ ਉਹ ਵਿਚਾਰੇ ਝੋਨਾ ਤੇ ਕਣਕ ਜਾ ਕੇ ਉੱਥੇ ਛਾਂਟਦੇ ਆ ਤੇ ਛਾਨਣਾ ਲਾਉਂਦੇ ਆ। ਫਿਰ ਪੱਲੇਦਾਰ ਆ, ਫਿਰ ਵਪਾਰੀ ਆ, ਆੜਤੀ ਆ, ਕਿੰਨੀ ਦੁਨੀਆ ਇਹਨਾਂ ਦੇ ਨਾਲ ਰਲੀ ਹੋਈ ਆ। ਕਿਸਾਨ ਆ, ਮੇਰੀ ਗੱਲ ਸੁਣੋ, ਜਿਨ੍ਹਾਂ ਦੀ ਉਪਜ ਆ। ਅਗਲਾ ਕਿਸਾਨ ਹੁਣ ਕੀ ਇਹਨਾਂ ਨੂੰ ਇੱਥੇ ਨਾਕਾ ਲਾ ਦਿੱਤਾ ਜਾਂਦਾ ਵੀ ਤੁਸੀਂ ਮੰਡੀ ਇਸ ਚ ਨਾਲ ਜਾਇਓ, ਉਸ ਚ ਨਾਲ ਜਾਇਓ। ਕੀ ਅੱਜ ਇਹ ਸੁਤੰਤਰ ਨਹੀਂ ਹੈ? ਜਿਹੜਾ ਇਹ ਸੁਤੰਤਰ ਕਹਿਣ ਦੀ ਗੱਲ ਕਰ ਰਹੇ ਆ ਕਿ ਕਿਸਾਨ ਜਿਹੜੇ ਆ ਸੁਤੰਤਰ ਹੋ ਜਾਣਗੇ, ਕੀ ਅੱਜ ਇਹਨਾਂ ਨੂੰ ਬੰਨਿਆ ਹੋਇਆ ਆ? ਇਹਨਾਂ ਦੇ ਹੱਥ ਵੱਜੇ ਆ। ਆਪਣੀ ਕਣਕ ਵੇਚ ਜਿੱਥੇ ਮਰਜ਼ੀ ਵੇਚ ਲੈਣ, ਝੋਨਾ ਜਿੱਥੇ ਮਰਜ਼ੀ ਵੇਚ ਲੈਣ, ਮੱਕੀ ਜਾਂ ਆਪਣੀ ਸਬਜ਼ੀ ਜਿੱਥੇ ਜਾ ਕੇ ਮਰਜ਼ੀ ਵੇਚ ਲੈਣ। ਇਹ ਸਭ ਕਾਲੇ ਕਾਨੂੰਨ ਹੈ। ਇਹ ਮੋਦੀ ਸਾਹਿਬ ਖਾਸ ਕਰਕੇ ਬੀਜੇਪੀ ਗਵਰਨਮੈਂਟ ਦੇ, ਐਨਡੀਏ ਗਵਰਨਮੈਂਟ ਦੇ ਏਜੰਡੇ ਦੇ ਵਿੱਚ ਆ ਵੀਰ ਜੀ। ਇਸ ਤੋਂ ਪਹਿਲਾਂ ਇਹਨਾਂ ਕਾਲੇ ਕਾਨੂੰਨਾਂ ਤੋਂ ਪਹਿਲਾਂ ਇਹਨਾਂ ਨੇ ਜਿਹੜੀ ਰੀੜ੍ਹ ਦੀ ਹੱਡੀ ਆ, ਰੀੜ੍ਹ ਦੀ ਹੱਡੀ ਇਕਨੋਮੀ ਦੀ ਗਿਣਿਆ ਜਾਂਦਾ ਬੈਂਕਿੰਗ, ਇਹਨਾਂ ਨੇ ਬੈਂਕਾਂ ਦਾ ਭੱਠਾ ਗੁੱਲ ਕਰਤਾ ਵੀਰ ਜੀ। ਇਹਨਾਂ ਨੇ ਸਾਨੂੰ ਬੈਂਕਿੰਗ ਕਰਨ ਦਿੱਤੀ ਨਹੀਂ। ਪਿਛਲੇ 8 9 10 ਸਾਲਾਂ ਦੇ ਵਿੱਚ ਸਾਨੂੰ ਕਿਹਾ ਗਿਆ। ਕਾਨੂੰ ਜਰਾ ਆਪਣੇ ਬਾਰੇ ਦੱਸ ਦਿਓ, ਤੁਸੀਂ ਕਿਹੜੇ ਬੈਂਕ ਤੋਂ ਕਿਸ ਮੈਂ ਦੱਸ ਰਿਹਾ, ਮੈਨੂੰ ਪਹਿਲਾਂ ਇਹ ਦੱਸ ਲੈਣ ਦਿਓ ਕਿ ਜਿਹੜੀ ਚੀਜ਼ ਇਹਨਾਂ ਨੇ ਰੀੜ੍ਹ ਦੀ ਹੱਡੀ ਤੋੜਤੀ ਕਿਸਾਨੀ ਦੀ ਜਾਂ ਮਜ਼ਦੂਰਾਂ ਦੀ ਜਾਂ ਵਪਾਰੀਆਂ ਦੀ, ਉਹ ਬੈਂਕਾਂ ਜਿਹੜੀਆਂ ਕਿ ਸਟੇਟ ਬੈਂਕ ਆਫ ਪਟਿਆਲਾ ਸੀ ਕਿੱਥੇ ਗਿਆ, ਸਟੇਟ ਬੈਂਕ ਆਫ ਬੀਕਾਨੇਰ ਜੈਪੁਰ ਕਿੱਧਰ ਚਲਾ ਗਿਆ, ਸਟੇਟ ਬੈਂਕ ਆਫ ਤਰਾਵਣਕੋਰ ਕਿੱਧਰ ਚਲਾ ਗਿਆ, ਸਟੇਟ ਬੈਂਕ ਆਫ ਮਾਇਸੂਰ ਕਿੱਥੇ ਚਲਾ ਗਿਆ? ਸਾਰਿਆਂ ਦਾ ਮਰਡਰ ਕਰ ਦਿੱਤਾ ਗਿਆ। ਇਹ ਕਹਿੰਦੇ ਆ ਮਰਜਰ। ਮੈਂ ਕਹਿੰਦਾ ਉਹ 6 ਜਾਂ 7 ਸਬਸਿਡਰੀ ਸੀਗੀਆਂ ਸਟੇਟ ਬੈਂਕਾਂ ਦੀਆਂ, ਸਾਰੇ ਪਿੰਡਾਂ ਦੇ ਵਿੱਚ ਰਿਮੋਟ ਏਰੀਆਜ਼ ਦੇ ਵਿੱਚ ਉਹਨਾਂ ਦੀਆਂ ਬ੍ਰਾਂਚਾਂ ਜਿਹੜੀਆਂ 6-7 ਸਟੇਟ ਬੈਂਕ ਆਫ ਇੰਡੀਆ ਦੀਆਂ ਬ੍ਰਾਂਚਾਂ ਹੁੰਦੀਆਂ ਸੀ। ਬੜੇ ਰਿਮੋਟ ਏਰੀਆਜ਼ ਦੇ ਵਿੱਚ ਕਿਸਾਨੀ ਦੀ ਜਾਂ ਪਿੰਡਾਂ ਦੇ ਲੋਕਾਂ ਦੀ, ਜਿਹੜੇ ਗਰੀਬ ਲੋਕੀ ਸੀ, ਉਹਨਾਂ ਨੂੰ ਕਰਜ਼ਾ ਦਿੰਦੀਆਂ ਸੀ। ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਹੋਣ ਵਾਸਤੇ, ਇਹਨਾਂ ਨੂੰ ਫਸਲ ਚੱਕਣ ਤੱਕਰ ਆਪਣਾ ਕਰਜ਼ਾ ਦਿੰਦੀਆਂ ਸੀ। ਘੱਟ ਰੇਟ ਆਫ ਇੰਟਰਸਟ ਤੇ 4% ਰੇਟ ਆਫ ਇੰਟਰਸਟ ਤੇ ਕਿਸਾਨਾਂ ਨੂੰ ਕਰਜ਼ਾ ਦਿੰਦੀਆਂ ਸੀ। ਉਹਨਾਂ ਦਾ ਮਰਡਰ ਕਰ ਦਿੱਤਾ ਗਿਆ, ਜਿਨ੍ਹਾਂ ਨੂੰ ਇਹ ਮਰਜਰ ਕਹਿੰਦੇ ਆ। 7 ਬੈਂਕਾਂ ਤੋਂ ਇੱਕ ਬੈਂਕ ਕਰਤੀ। ਜਿੰਨੇ ਸਟੇਟ ਬੈਂਕ ਦੀਆਂ ਸਬਸਿਡਰੀਜ਼ ਸੀਗੀਆਂ ਵੀਰ ਜੀ, ਉਹ ਸਾਰੀਆਂ ਸਬਸਿਡਰੀਜ਼ ਮਰਜ ਕਰ ਦਿੱਤੀਆਂ। ਉਸ ਤੋਂ ਬਾਅਦ 3 ਬੈਂਕ ਸੀ, ਬੈਂਕ ਆਫ ਬੜੌਦਾ, ਵਿਜया ਬੈਂਕ ਤੇ ਦੇਨਾ ਬੈਂਕ। ਵਿਜया ਬੈਂਕ ਤੇ ਦੇਨਾ ਬੈਂਕ ਨੂੰ ਬੈਂਕ ਆਫ ਬੜੌਦਾ ਦੇ ਵਿੱਚ ਮਰਜ ਕਰਤਾ, ਮਰਡਰ ਕਰਤਾ, ਖਤਮ ਕਰਤਾ। ਦੈਨ ਹੁਣ 14 ਬੈਂਕਾਂ ਸੀ। 14 ਬੈਂਕਾਂ ਦੇ ਵਿੱਚ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਮੈਂ ਆਮ ਫਰਮ ਇੰਡੀਅਨ ਬੈਂਕ, ਆਮ ਜਨਰਲ ਸੈਕਟਰੀ ਆਫ ਇੰਡੀਅਨ ਬੈਂਕ EMPLOYEE ਯੂਨੀਅਨ ਔਨ ਆਲ ਇੰਡੀਆ ਬੇਸਿਸ ਵੀ ਮੈਂ ਵਾਈਸ ਪ੍ਰੈਜ਼ੀਡੈਂਟ ਹਾਂ, ਔਰ ਇੱਥੇ ਜਨਰਲ ਸੈਕਟਰੀ ਹਾਂ ਮੈਂ ਨਾਰਥ ਇੰਡੀਆ ਦਾ। ਪੰਜਾਬ ਬੈਂਕ EMPLOYEES ਫੈਡਰੇਸ਼ਨ ਦਾ ਵੀ ਮੈਂ ਆਰਗੇਨਾਈਜ਼ਿੰਗ ਸੈਕਟਰੀ ਹਾਂ। ਮੈਂ ਬੈਂਕਿੰਗ ਸਰਕਲ ਤੋਂ ਹਾਂ। ਬਟ ਮੈਨੂੰ ਦਰਦ ਆ ਇੰਡੀਆ ਦਾ, ਦੇਸ਼ ਦਾ, ਆਪਣੇ ਮੇਰਾ ਭਾਰਤ ਮਹਾਨ। ਮੈਂ ਕਹੂੰਗਾ ਵਾਕਈ ਭਾਰਤ ਮਹਾਨ, ਪਰ ਇਹਨੇ ਅੱਜ ਇੰਡੀਆ ਨੂੰ ਸੇਲ ਤੇ ਲਾਤਾ। ਟੂਡੇ ਇਜ਼ ਇੰਡੀਆ ਇਜ਼ ਔਨ ਸੇਲ। ਮੈਂ ਇਹ ਡਿਕਲੇਅਰ ਕਰੂੰਗਾ। ਜਾਂ ਮੈਨੂੰ ਦੱਸ ਦਿਓ, ਰੇਲਵੇ ਗਈ ਵੀਰ ਜੀ, ਰੇਲਵੇ ਦੀ ਪ੍ਰਾਈਵੇਟਾਈਜੇਸ਼ਨ ਹੋ ਗਈ। BSNL ਗਿਆ, ਕੋਲ ਇੰਡੀਆ ਗਿਆ, BPCL ਗਿਆ, ਕਿਹੜਾ 에ਅਰ ਇੰਡੀਆ ਗਿਆ, ਜਿਹਦੇ ਨਾਲ ਵੀ ਇੰਡੀਆ ਲੱਗਦਾ ਸੀ। ਉਹ ਸਾਰਿਆਂ ਦੇ ਨਾਲੋਂ ਇੰਡੀਆ ਲਾ ਕੇ ਪ੍ਰਾਈਵੇਟ ਅਦਾਰਿਆਂ ਨੂੰ, ਅਡਾਨੀਆਂ ਅੰਬਾਨੀਆਂ ਨੂੰ ਵੇਚਿਆ ਜਾ ਰਿਹਾ ਆ। ਕਿੱਥੇ ਗਏ ਅਦਾਰੇ? ਕਿੱਥੇ ਗਏ ਵਿਚਾਰੇ? ਉਹਨਾਂ ਦੇ ਹੁਣ 50 ਤੇ 55 ਸਾਲ ਉਮਰ ਕਰਤੀ। 50 ਤੇ 55 ਸਾਲ ਉਮਰ ਕਿੰਨਾਂ ਦੀ ਹੁੰਦੀ ਆ? ਜਿਨ੍ਹਾਂ ਦੇ ਬੱਚੇ ਵਿਚਾਰੇ ਵਿਆਹਣ ਵਾਲੇ ਹੁੰਦੇ ਆ, ਜਿਨ੍ਹਾਂ ਦੇ ਬੱਚੇ ਯੰਗ ਬੱਚੇ, ਜਿਨ੍ਹਾਂ ਨੂੰ ਸੈਟਲ ਕਰਨਾ ਹੁੰਦਾ ਆ, ਉਹਨਾਂ ਨੂੰ ਨੌਕਰੀਆਂ ਤੋਂ ਬਾਹਰ ਕੱਢਿਆ ਜਾ ਰਿਹਾ, ਛਾਂਟੀ ਕੀਤੀ ਜਾ ਰਹੀ ਆ। ਇਹ ਸਾਰੇ ਅਦਾਰੇ ਜਿਹੜਾ ਕਿ ਬੀਜੇਪੀ ਦਾ ਏਜੰਡਾ ਆ ਵੀਰ ਜੀ, ਸਾਰੇ ਅਦਾਰੇ ਪ੍ਰਾਈਵੇਟਾਈਜ਼ ਕੀਤੇ ਜਾ ਰਹੇ ਆ। ਔਰ ਵੇਚੇ ਕਿਹਨੂੰ ਜਾ ਰਹੇ ਆ? ਇਹਨਾਂ ਕਾਰਪੋਰੇਟਸ ਨੂੰ, ਅਡਾਨੀ ਤੇ ਅੰਬਾਨੀਆਂ ਨੂੰ। ਇਹ ਅਡਾਨੀਆਂ ਤੇ ਅੰਬਾਨੀਆਂ ਦਾ ਦੇਸ਼ ਹੋਊਗਾ, ਨਾ ਕਿ ਤੁਹਾਡਾ ਦੇਸ਼ ਹੋਊਗਾ, ਨਾ ਕਿ ਮੇਰਾ ਭਾਰਤ ਦੇਸ਼ ਮਹਾਨ ਹੋਊਗਾ। ਇਹ ਅਡਾਨੀ ਮਹਾਨ ਹੋਊਗਾ। ਮਾਫ ਕਰਨਾ, ਮੈਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ। ਲੋਕੀ ਕਹਿੰਦੇ ਸੀ ਇਹ ਅਨਪੜ੍ਹ ਆ, ਇਹ ਆ ਮੋਦੀ, ਇਹ ਉਹ ਆ ਮੋਦੀ ਨੂੰ ਮੈਨੂੰ ਲੱਗਦਾ ਆ ਕਿ ਪਤਾ ਹੀ ਕੁਛ ਨਹੀਂ ਜਵਾਨੀ ਤੇ ਕਿਸਾਨੀ ਦਾ। ਜੈ ਜਵਾਨ ਦੀ ਗੱਲ ਕਰਦੇ ਆ। ਗਲਵਾਨ ਘਾਟੀ ਦੇ ਵਿੱਚ 20 ਕਹਿੰਦੇ ਆ ਫੌਜੀ ਲੋਕ, ਸਾਡੇ ਮਿੱਤਰ ਪਿਆਰੇ ਵਿਚਾਰੇ, ਉਹ ਸ਼ਹੀਦ ਹੋ ਗਏ। 1-2 ਸ਼ਹੀਦ ਹੋਏ ਸੀ ਫੌਜੀ, ਜਿਨ੍ਹਾਂ ਦਾ ਗਲ ਵੱਢ ਕੇ ਲੈ ਗਏ ਸੀ ਪਾਕਿਸਤਾਨੀ ਮੁਸਲਮਾਨ ਲੋਕ, ਰਾਈਟ। 2 ਤੋਂ ਬਾਅਦ ਮੇਰੀ 56 ਇੰਚ ਦੀ ਛਾਤੀ, ਮੇਰੀ 58 ਇੰਚ ਦੀ ਛਾਤੀ, ਮੈਂ ਆਹ ਕਰ ਦੂੰ ਪਾਕਿਸਤਾਨ ਨੂੰ, ਆਹ ਕਰ ਦਿਓ। ਉਸ ਵੇਲੇ ਮਨਮੋਹਨ ਸਿੰਘ ਦਾ ਰਾਜ ਹੁੰਦਾ ਸੀ। ਅੱਜ ਯਾਰ 20 30 40 50 ਸਾਡੇ ਸ਼ਹੀਦ ਹੁੰਦੇ ਪਏ ਆ ਜਵਾਨ। ਅੱਜ ਨਹੀਂ ਇਹਨਾਂ ਦੀਆਂ ਕਿੱਥੇ ਗਈਆਂ 56 ਇੰਚ ਦੀਆਂ ਛਾਤੀਆਂ? ਮੇਰੀ ਗੱਲ ਸੁਣੋ, ਕਿੱਥੇ ਗਿਆ? ਕਿਹੜਾ ਗਿਆ ਪਾਕਿਸਤਾਨ? ਅੱਜ ਪਾਕਿਸਤਾਨ ਚਾਈਨਾ ਤੁਹਾਡੇ ਸਿਰ ਤੇ ਖੜਾ ਆ। ਅੱਜ ਬਾਰਡਰ ਜਿੰਨੇ ਤੁਹਾਡੇ
ਇੰਡੀਆ ਦੇ ਬਾਰਡਰ ਨੇਸ਼ਨਸ ਆ, ਖਾਸ ਕਰਕੇ ਕੰਟਰੀ ਹੈ। ਬੰਗਲਾਦੇਸ਼ ਤੁਹਾਡੇ ਤੇ ਅਗੇਂਸਟ ਹੋ ਗਿਆ, ਚਾਈਨਾ ਦੀ ਫੇਵਰ 'ਚ ਹੋ ਗਿਆ ਸਰਦਾਰ ਜੀ। ਪਾਕਿਸਤਾਨ ਪਹਿਲਾਂ ਹੀ ਸੀ। ਨੇਪਾਲ ਜਿਹੜਾ ਕਿ ਇੱਕ ਛੋਟਾ ਜਿਹਾ ਤੁਹਾਡੇ ਤੇ ਨਿਰਭਰ ਕਰਦਾ ਸੀ, ਇੰਡੀਆ ਤੇ ਨਿਰਭਰ ਕਰਦਾ ਸੀ, ਅੱਜ ਚਾਈਨਾ ਦਾ ਹੋ ਕੇ ਬੈਠ ਗਿਆ। ਸ਼੍ਰੀਲੰਕਾ ਉਹ ਬੈਠ ਗਿਆ। ਆ ਤਾਈਵਾਨ ਨੂੰ ਉਹਨੇ ਘਸੀਟ ਦੇਣਾ। ਕਹਿਣ ਦਾ ਮਤਲਬ ਅਸੀਂ ਕਿਹਨੂੰ ਪਾਲੀ ਜਾਂਦੇ ਆ? ਸਿਰਫ ਟਰੰਪ ਨੂੰ, ਸਿਰਫ ਅਮਰੀਕਾ ਨੂੰ। ਅਸੀਂ ਆਪਣੇ ਨੇਬਰਿੰਗ ਕੰਟਰੀ ਦੇ ਨਾਲ ਦੋਸਤੀ ਪਾਈਏ, ਜਿਹਦੇ ਨਾਲ ਤੁਹਾਡਾ, ਸਾਡੇ ਲੋਕਾਂ ਦਾ, ਇਹਨਾਂ ਦਾ ਵਪਾਰ ਵਧੇ। ਇਹ ਜਵਾਨੀ ਕਿਸਾਨੀ ਮਤਲਬ ਉਧਰ ਜਾਵੇ, ਜਾਂ ਆਪਣਾ ਫਸਲਾਂ ਉਧਰ ਵੇਚੇ ਜਾਂ ਇੱਧਰ ਵੇਚੇ, ਜਿੱਥੇ ਮਰਜ਼ੀ ਵੇਚੇ। ਇਹਨਾਂ ਦਾ ਉੱਜਲ ਜਿਹੜਾ ਆ ਭਵਿੱਖ ਉੱਜਲ ਹੋਊਗਾ ਜੇ ਆਪਾਂ ਆਪਣੇ ਲਾਗਲੇ ਕੰਟਰੀ ਦਾ, ਨੇਬਰਿੰਗ ਕੰਟਰੀ ਜਿਹੜੇ ਆ ਉਹਨਾਂ ਦੇ ਨਾਲ ਦੋਸਤੀ ਭਰਿਆ ਹੱਥ ਅੱਗੇ ਵਧਾਈਏ। ਆਪਾਂ ਤਾਂ ਦੁਸ਼ਮਣੀ ਪਾਉਣ ਲੱਗ ਪਏ ਜਿਹੜੇ ਚਾਰ, ਸਿਰਫ ਟਰੰਪ ਨੇ ਵੀ ਆ ਦੇਖ ਲਓ। ਅੱਜ ਅਸੀਂ ਮੈਂ ਬੰਨਿਆ ਹੋਇਆ ਸੀ, ਹੁਣ ਆ ਛੱਡਿਆ ਆ। ਮਾਫ ਕਰਨਾ, ਦਿਸ ਇਜ਼ ਗੁੱਡ ਕਿ ਵੀ ਅਸੀਂ ਆ ਬੰਨੀ ਫਿਰਦੇ ਆ। ਅੱਜ ਕੌਣ ਜ਼ਿੰਮੇਵਾਰ ਹੈ? ਮੈਂ ਕਹੂੰਗਾ ਅਮਰੀਕਾ ਦੇ ਵਿੱਚ ਨੰਬਰ 1 ਤੇ ਆ ਕਰੋਨਾ ਦੇ ਮਾਮਲੇ 'ਚ ਟਰੰਪ, ਨੰਬਰ 2 ਤੇ ਕੌਣ ਹੈ? ਮੋਦੀ। ਦੋਨੇ ਯਾਰ ਹੀ ਦੇਸ਼ ਦਾ ਪੱਠਾ ਗੁੱਲ ਕਰਤਾ। ਕੀ ਵੀਰ ਜੀ ਮੈਨੂੰ ਦੱਸੋ, ਕਿ ਤਾਲੀ ਤੇ ਥਾਲੀ ਦੇ ਨਾਲ ਕਰੋਨਾ ਭੱਜੂਗਾ? ਕੀ ਆਪਾਂ ਸਾਇੰਟੀਫਿਕ ਗੱਲਾਂ ਕਰੀਏ? ਅਮਰੀਕਾ, ਕੈਨੇਡਾ, ਸਾਰਾ ਯੂਰਪ ਤੇ ਆਸਟ੍ਰੇਲੀਆ, ਨਿਊਯਾਰਕ, ਬਾਹਰਲੇ ਦੇਸ਼ ਵੈਕਸੀਨੇਸ਼ਨ ਲੱਭਦੇ ਪਏ ਆ ਵੀ ਕੋਈ ਐਸਾ ਦਵਾਈ ਹੋ ਜਾਏ। ਅਜੇ ਤੱਕ ਦਵਾਈ ਨਹੀਂ ਲੱਭੀ। ਆਪਾਂ ਉਹ ਤਾਲੀ ਮਾਰੋ, ਥਾਲੀ ਮਾਰੋ, ਦੀਵੇ ਜਲਾ ਦਿਓ, ਫਲਾਣਾ ਕਰਾ ਦਿਓ, ਇਹਦੇ ਨਾਲ ਕਰੋਨਾ ਭੱਜੂਗਾ। ਕੀ ਆਪਾਂ ਅਨਪੜ੍ਹਾਂ ਵਾਲੀਆਂ ਗੱਲਾਂ ਕਰ ਰਹੇ ਆ? ਇਹ ਵੀ ਅਨਪੜ੍ਹਤਾ ਦਾ ਸਬੂਤ ਆ। ਮੈਂ ਤੁਹਾਨੂੰ ਦੱਸਾਂ, ਜਿਹੜਾ ਅੱਜ ਕਿਸਾਨੀ ਨੂੰ ਹੱਥ ਪਾਇਆ ਜਾ ਰਿਹਾ, ਇਹਨੂੰ ਨਹੀਂ ਪਤਾ। ਇਹ ਕਹਿੰਦੇ ਕਿ ਮੈਂ ਫਕੀਰ ਆ, ਮੇਰੇ ਕੋਲ ਝੋਲਾ ਆ। ਇਹਦਾ ਝੋਲਾ ਹੀ ਤੁਹਾਨੂੰ ਰੋਕਾਂਗਾ। ਤੁਸੀਂ ਅਨਪੜ੍ਹ ਵਾਲੀ ਗੱਲ ਕੀਤੀ ਹੈ। ਸਰਕਾਰ ਵੱਲੋਂ ਕਈ ਸਰਕਾਰ ਦੇ ਸਪੋਰਟਰਸ ਵੱਲੋਂ ਕਿਹਾ ਜਾ ਰਿਹਾ, ਵੱਡੇ ਟਵੀਟ ਪਾਏ ਜਾ ਰਹੇ। ਕਈ ਐਕਟਰਸ ਨੇ ਵੱਡੇ ਸਰਕਾਰ ਦੇ ਵੱਡੇ ਸਪੋਰਟਰਸ ਨੇ, ਕਹਿੰਦੇ ਨੇ ਜਿਹੜੇ ਆ ਬਿੱਲ ਦਾ ਵਿਰੋਧ ਕਰ ਰਹੇ ਨੇ ਉਹ ਅਨਪੜ੍ਹ ਨੇ, ਉਹਨਾਂ ਨੂੰ ਬਿੱਲ ਦਾ ਪਤਾ ਹੀ ਨਹੀਂ ਹੈਗਾ। ਤੇ ਕਈ ਵੱਡੇ ਐਵੇਂ ਤੱਕ ਆਤੰਕਵਾਦੀ ਤੱਕ ਵਰਡ ਜਿਹੜਾ ਵਰਤ ਚੁੱਕਿਆ ਹੈ ਜਿਹੜੇ ਕਿਸਾਨਾਂ ਵਾਸਤੇ। ਵੀਰ ਜੀ, ਜਿਹੜੇ ਜਿਨ੍ਹਾਂ ਨੇ ਟੈਰੋਰਿਸਟ ਦਾ ਸ਼ਬਦ ਬੋਲਿਆ ਆ, ਉਹ ਵੀ ਹਿਮਾਚਲ ਦੀ ਬੇਟੀ ਕਿਹਾ ਜਾਂਦਾ ਪਿਆ ਆ। ਮੈਡਮ ਕੰਗਨਾ ਰਣੌਤ ਜੀ, ਉਹਦੇ ਮੂੰਹ ਚੋਂ ਕੀ ਨਿਕਲਿਆ, ਕਿੱਦਾਂ ਨਿਕਲਿਆ ਵੀ ਇਹ ਟੈਰੋਰਿਸਟ ਆ ਜਿਹੜੇ ਸੜਕਾਂ ਤੇ ਆ ਰਹੇ ਆ, ਇਹ ਹੈ ਉਹ ਹੈ। ਜਾਂ ਜਿਹੜੇ ਲੋਕੀ ਜਿਸ ਤਰ੍ਹਾਂ ਮੈਂ ਸਿਰਫ ਦੋ ਗਾਇਕਾਂ ਦਾ ਬਾਕੀ ਜਿਹੜੇ ਸਾਰੇ ਗਾਇਕੀ ਨਾਲ ਸੰਬੰਧਿਤ ਆ, ਕਿਸਾਨੀ ਨਾਲ ਵੀ ਸੰਬੰਧਿਤ ਆ, ਚਾਹੇ ਉਹ ਕਿਸਾਨੀ ਨਾਲ ਸੰਬੰਧਿਤ ਵੀ ਨਹੀਂ ਵੀ, ਲੇਕਿਨ ਸਿਆਣੇ ਹੁੰਦੇ ਆ। ਜਿਹੜਾ ਗਾਇਕ ਜਾਂ ਜਿਹੜਾ ਮੈਂ ਬੁਲਾਰਾ ਆ, ਜੇ ਮੈਂ ਲੌਜੀਕਲੀ ਨਹੀਂ ਬੋਲੂਗਾ, ਪਬਲਿਕ ਮੈਨੂੰ ਕਹੂਗੀ ਇਹ ਬੇਵਕੂਫ ਆ। ਰਾਈਟ? ਗਾਇਕਾਂ ਨੇ ਗਾਇਕੀ ਜਿਹੜੀ ਆ ਆਪਣੇ ਬੋਲਾਂ ਦੇ ਆਧਾਰ ਤੇ ਲੋਕਾਂ ਨੂੰ ਅਟਰੈਕਟ ਕਰਨਾ ਹੁੰਦਾ ਆ। ਉਹ ਬਹੁਤ ਸਿਆਣੇ ਆ ਵੀਰ ਜੀ, ਮੇਰੀ ਗੱਲ ਸੁਣੋ। ਸਿਰਫ ਇੱਕ ਦਲੇਰ ਮਹਿੰਦੀ ਤੇ ਇੱਕ ਹੋਰ ਸਾਥੀ ਸਾਡੇ, ਉਹ ਸੰਨੀ ਦਿਓਲ MP, ਉਹਨਾਂ ਨੇ ਇਹਨਾਂ ਦੇ ਹੱਕ 'ਚ ਨਿਤਰਿਆ ਤਿੰਨਾਂ ਬਿੱਲਾਂ ਦੇ। ਮੈਨੂੰ ਇਹ ਦੱਸ ਲਓ, ਕਿਹੜਾ ਹਿੰਦੁਸਤਾਨ ਦੀ ਪੋਲੀਟੀਕਲ ਪਾਰਟੀ ਹੈ BJP ਨੂੰ ਛੱਡ ਕੇ, ਕੀ ਉਹ ਅਨਪੜ੍ਹ ਆ ਸਾਰੇ? ਕੀ ਇਹ ਜਿਹੜੇ ਸਾਰੇ ਅਨਪੜ੍ਹ ਬੈਠੇ ਆ? ਕੀ ਪਿੰਡਾਂ ਦੇ ਲੋਕ ਅਨਪੜ੍ਹ ਆ? ਅੱਜ ਥਾਂ ਤੇ ਸਕੂਲ ਆ, ਥਾਂ ਤੇ ਕਾਲਜ ਆ, ਥਾਂ ਤੇ ਇਹਨਾਂ ਨੂੰ ਨੌਲੇਜ ਸਾਡੇ ਨਾਲੋਂ ਜ਼ਿਆਦਾ ਆ। ਇਹਨਾਂ ਨੂੰ ਮੈਂ ਤਾਂ ਇਹ ਕਹਿੰਦਾ ਵੀ ਕੀ ਤੋਮਰ ਨੂੰ ਜ਼ਿਆਦਾ ਪਤਾ ਆ ਕਿ ਮੋਦੀ ਸਾਹਿਬ ਸਾਡੇ ਜਿਹੜੇ ਪ੍ਰਾਈਮ ਮਿਨਿਸਟਰ ਆ ਕਿਸਾਨ ਆ, ਜਾਂ ਉਹਨਾਂ ਨੇ ਕਿਸਾਨ ਪਿੰਡ ਦੇ ਵਿੱਚੋਂ ਗੰਨਾ ਪੱਟ ਕੇ ਦੇਖਿਆ ਵੀ ਗੰਨਾ ਕਿੱਦਾਂ ਉਗਦਾ ਤੇ ਗੰਨਾ ਕਿੱਦਾਂ ਪੱਟੀਦਾ, ਛੱਲੀ ਕਿਹੜੀ ਹੁੰਦੀ ਹੈ ਤੇ ਮੱਕੀ ਕਿਹੜੀ ਹੁੰਦੀ ਹੈ? ਉਹਨਾਂ ਨੇ ਪੱਟ ਕੇ ਦੇਖਿਆ। ਜਿਨ੍ਹਾਂ ਨੇ ਪੱਟ ਕੇ ਦੇਖਿਆ, ਅੱਜ ਉਹਨਾਂ ਨੂੰ ਪਤਾ ਆ ਕਿ ਇਹ ਜਿਹੜੇ ਤਿੰਨੇ ਬਿੱਲ ਆ ਇਹ ਹੱਕ 'ਚ ਆ ਕਿ ਵਿਰੋਧ 'ਚ ਆ। ਮੈਂ ਇਹ ਪੜ੍ਹਿਆ ਲਿਖਿਆ ਹੋਣ ਦੀ ਖਾਤਰ ਇਹ ਕਹੂੰਗਾ, ਇਹ ਆਪਣੇ NDA ਜਾਂ BJP ਦੀ ਸਰਕਾਰ ਦੇ ਏਜੰਡੇ ਦੇ ਮੁਤਾਬਕ ਤਿੰਨ ਬਿੱਲ ਕਿਸਾਨ ਵਿਰੋਧੀ ਆ, ਟੋਟਲ ਵਿਰੋਧੀ ਆ। ਇੱਥੇ ਨਾ ਤਾਂ MSP ਰਹਿਣੀ ਹੈ ਤੇ ਨਾ ਮੰਡੀਆਂ ਰਹਿਣੀਆਂ, ਨਾ ਕੋਈ ਵਪਾਰੀ ਰਹਿਣਾ। ਸਿਰਫ ਵਪਾਰੀ ਹੋਣਗੇ ਅਡਾਨੀ, ਅੰਬਾਨੀ, ਕਾਰਪੋਰੇਟਸ ਜਾਂ ਮਲਟੀਨੈਸ਼ਨਲ ਕੰਪਨੀਆਂ। ਅਸੀਂ ਇਹਦੇ ਵਿਰੋਧ 'ਚ ਆਪਣਾ ਨਾਰਾ ਮਾਰਦੇ ਹਾਂ, ਜੈ ਜਵਾਨ ਜੈ ਕਿਸਾਨ। ਧੰਨਵਾਦ ਜੀ ਤੁਹਾਡਾ ਬਹੁਤ। ਜਿਵੇਂ ਕਿ ਇਹਨਾਂ ਨਾਲ ਗੱਲਬਾਤ ਕੀਤੀ ਹੈ, ਇੱਕ ਸਰਕਾਰੀ ਅਦਾਰੇ ਤੋਂ ਬਿਲੋਂਗ ਕਰਦੇ ਨੇ, ਕਾਫੀ ਵੱਡੀ ਜਿਹੜੀ ਪੋਸਟ ਤੇ ਹੈ ਬੈਂਕ ਦੀ, ਇੰਡੀਅਨ ਬੈਂਕ ਦੀ ਇੱਕ ਵੱਡੀ ਪੋਸਟ ਤੇ ਹੈ, ਜਨਰਲ ਸੈਕਟਰੀ ਨੇ। ਤੇ ਇਹ ਵੀ ਜਿਹੜਾ ਕਹਿ ਰਿਹਾ ਬੈਂਕਿੰਗ ਤੋਂ ਵੀ ਜਿਹੜਾ ਕਿਹਾ ਵੀ ਵੱਡੀ ਜਿਹੜੀ ਸੱਟ ਵੱਜੀ ਆ, ਜਿਹੜੀ ਬੈਂਕਿੰਗ ਨੂੰ ਵੀ ਇੱਕ ਵੱਡੀ ਸੱਟ ਵੱਜ ਚੁੱਕੀ ਹੋਈ ਆ। ਤੇ ਹੁਣ ਇਹਨਾਂ ਦਾ ਕਹਿਣਾ ਵੀ ਖੇਤੀਬਾੜੀ, ਹੁਣ ਵੱਡੀ ਸੱਟ ਜਿਹੜੀ ਖੇਤੀਬਾੜੀ ਨੂੰ ਵੱਜੇਗੀ। ਸੋ ਇਹ ਸੀਗੀ ਅੱਜ ਦੀ ਖਬਰ। ਵਧੇਰੀ ਖਬਰਾਂ ਲਈ ਜੁੜੇ ਰਹੋ ਲੁਧਿਆਣਾ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਜ਼ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।